ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਕੌਰ, ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ, ਤੁਹਾਡਾ ਪੰਜਾਬੀ ਜਮਾਤ ਵਿੱਚ ਸਵਾਗਤ ਕਰਦੀ ਹਾਂ। ਹਾਂਜੀ ਬੇਟਾ, ਦੇਖੋ ਕੱਲ੍ਹ ਮੈਂ ਤੁਹਾਨੂੰ ਇਸ ਕਵਿਤਾ ਦੀ ਪੂਰੀ ਵਿਆਖਿਆ ਕਰਵਾਉਣ ਤੋਂ ਬਾਅਦ ਤੁਹਾਨੂੰ ਇਸ ਕਵਿਤਾ ਦਾ ਸਾਰ ਅਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਲਿਖਣ ਲਈ ਦਿੱਤੇ ਸਨ। ਅੱਜ ਬੇਟਾ ਜੀ ਇਸ ਕਵਿਤਾ ਨਾਲ ਸੰਬੰਧਿਤ, ਇਸ ਸ਼ਬਦ ਨਾਲ ਸੰਬੰਧਿਤ, ਸੋ ਕਿਉ ਮੰਦਾ ਆਖੀਏ ਸ਼ਬਦ ਨਾਲ ਸੰਬੰਧਿਤ ਤੁਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰਨੇ ਹਨ। ਹਾਂਜੀ ਬੇਟਾ, ਦੇਖੋ ਇਹਦਾ ਪਹਿਲਾ ਪ੍ਰਸ਼ਨ ਹੈ, ਸੋ ਕਿਉ ਮੰਦਾ ਆਖੀਏ ਸ਼ਬਦ ਦਾ ਕੇਂਦਰੀ ਭਾਵ ਕੀ ਹੈ। ਭਾਵ ਇਹ ਕਵਿਤਾ ਕਿਸ ਟੌਪਿਕ 'ਤੇ ਕੇਂਦਰਿਤ ਹੈ। ਦੇਖੋ, ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਏ ਸ਼ਬਦ ਰਾਹੀਂ ਔਰਤਾਂ ਦੀ ਮਹਾਨਤਾ ਨੂੰ ਦਰਸਾਇਆ ਹੈ। ਔਰਤ ਹੀ ਇਸ ਸੰਸਾਰ ਦੇ ਵਿਕਾਸ ਦਾ ਮਾਧਿਅਮ ਹੈ, ਸਾਕਾਦਾਰੀ ਦਾ ਕਾਰਨ ਹੈ। ਸਾਕਾਦਾਰੀ ਦਾ ਕਾਰਨ ਮਤਲਬ ਕਿ ਜੋ ਵੀ ਇਸ ਸ੍ਰਿਸ਼ਟੀ ਦੇ ਵਿੱਚ ਮਤਲਬ ਹੋ ਰਿਹਾ ਹੈ, ਵਿਚਰ ਰਿਹਾ ਹੈ, ਵਾਧਾ ਵਿਕਾਸ ਹੋ ਰਿਹਾ ਹੈ, ਮਤਲਬ ਰਿਸ਼ਤੇਦਾਰੀਆਂ ਬਣ ਰਹੀਆਂ ਹਨ। ਸਾਕਾਦਾਰੀ ਮਤਲਬ ਰਿਸ਼ਤੇਦਾਰੀਆਂ ਬਣ ਰਹੀਆਂ ਹਨ, ਉਹ ਸਾਰੀਆਂ ਔਰਤ ਦੇ ਕਾਰਨ ਹੀ ਹਨ। ਉਸ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਮਨੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਦੀ ਹੋਂਦ ਦੇ ਉੱਪਰ ਜੇਕਰ ਕੋਈ ਹੈ ਤਾਂ ਉਹ ਸਿਰਫ ਇੱਕ ਪਰਮਾਤਮਾ ਹੈ। ਉਸ ਦੀ ਹੋਂਦ ਤੋਂ ਉੱਪਰ ਸਿਰਫ ਕੌਣ ਹੈ? ਇੱਕ ਪ੍ਰਭੂ ਪਰਮਾਤਮਾ ਹੈ। ਇਸ ਲਈ ਔਰਤ ਨੂੰ ਮੰਦਾ ਨਹੀਂ ਆਖਣਾ ਚਾਹੀਦਾ, ਕਿਉਂਕਿ ਉਸ ਤੋਂ ਬਾਹਰ ਸਿਰਫ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ ਹੈ। ਬਾਕੀ ਸਾਰੀ ਸ੍ਰਿਸ਼ਟੀ ਉਸ ਹੁਕਮ ਮਤਲਬ ਔਰਤ ਦੇ ਹੁਕਮ ਵਿੱਚ ਬੱਝੀ ਆਖੀ ਜਾ ਸਕਦੀ ਹੈ। ਹਾਂਜੀ ਬੇਟਾ, ਨੈਕਸਟ ਕੁਐਸਚਨ ਹੈ, ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ। ਸੰਖੇਪ ਵਿੱਚ ਵਰਣਨ ਕਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਏ ਰਚਨਾ ਵਿੱਚ ਪਰਮੇਸ਼ਰ ਤੋਂ ਬਾਅਦ ਔਰਤ ਨੂੰ ਇਸ ਸੰਸਾਰ ਦੀ ਸਿਰਜਕ ਦੱਸਿਆ ਹੈ। ਉਸ ਤੋਂ ਬਿਨਾਂ ਇਸ ਸੰਸਾਰ ਵਿੱਚ ਮਨੁੱਖ ਜਨਮ ਲੈਂਦਾ ਹੈ, ਉਹੀ ਉਸ ਦਾ ਪਾਲਣ ਪੋਸ਼ਣ ਕਰਦੀ ਹੈ, ਉਸ ਨਾਲ ਕੁੜਮਾਈ ਅਤੇ ਵਿਆਹ ਹੁੰਦਾ ਹੈ। ਉਸ ਤੋਂ ਹੀ ਇਸ ਸੰਸਾਰ ਪ੍ਰਤੀ ਪ੍ਰੇਮ ਉਪਜਦਾ ਹੈ ਅਤੇ ਵੰਸ਼ ਚੱਲਦਾ ਹੈ। ਉਸ ਦੀ ਮੌਤ ਤੋਂ ਬਾਅਦ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ, ਉਸ ਦੇ ਕਾਰਨ ਹੀ ਸੰਸਾਰਕ ਸਾਕਾਦਾਰੀ ਹੈ, ਭਾਵ ਸੰਸਾਰ ਦੀਆਂ ਰਿਸ਼ਤੇਦਾਰੀਆਂ ਹਨ। ਰਾਜਿਆਂ ਨੂੰ ਵੀ ਉਹੀ ਜਨਮ ਦਿੰਦੀ ਹੈ। ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਅਜਿਹਾ ਨਹੀਂ ਹੈ ਜਿਹੜਾ ਉਸ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਆਇਆ ਹੋਵੇ। ਉਸ ਦੀ ਹੋਂਦ ਉੱਪਰ ਇੱਕ ਪਰਮਾਤਮਾ ਹੀ ਹੈ। ਜੇਕਰ ਅਸੀਂ ਉਸ ਔਰਤ ਦੇ ਕਾਰਨ ਹੀ ਇਸ ਸੰਸਾਰ ਵਿੱਚ ਹਾਂ ਤਾਂ ਉਸ ਨੂੰ ਬੁਰਾ ਆਖਣਾ ਸਾਨੂੰ ਸ਼ੋਭਾ ਨਹੀਂ ਦਿੰਦਾ। ਹਾਂਜੀ ਬੇਟਾ, ਦੇਖੋ ਸੋ ਕਿਉ ਮੰਦਾ ਆਖੀਏ ਦੇ ਵਿਸ਼ੇ ਬਾਰੇ 50 ਤੋਂ 60 ਸ਼ਬਦਾਂ ਵਿੱਚ ਜਾਣਕਾਰੀ ਦੇਣੀ ਆ, ਜਾਂ ਸੋ ਕਿਉ ਮੰਦਾ ਆਖੀਏ ਨਾਂ ਦੀ ਰਚਨਾ ਵਿੱਚ ਪ੍ਰਗਟਾਏ ਗਏ ਵਿਚਾਰਾਂ ਨੂੰ 50 ਤੋਂ 60 ਸ਼ਬਦਾਂ ਦੇ ਵਿੱਚ ਮਤਲਬ ਬਿਆਨ ਕਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੋ ਕਿਉ ਮੰਦਾ ਆਖੀਏ ਦਾ ਵਿਸ਼ਾ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ। ਭਾਰਤੀ ਸਮਾਜ ਵਿੱਚ ਇਸਤਰੀ ਦੇ ਦਰਜੇ ਨੂੰ ਉੱਚਾ ਚੁੱਕਣ ਵਿੱਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਇਸਤਰੀ ਨੂੰ ਮੰਦਾ ਬੁਰਾ ਭਲਾ ਕਿਉਂ ਆਖਿਆ ਜਾਵੇ, ਜਿਸ ਦੀ ਕੁੱਖੋਂ ਰਾਜੇ ਅਥਵਾ ਵੱਡੇ ਵੱਡੇ ਲੋਕ ਜਨਮ ਲੈਂਦੇ ਹਨ। ਅਸੀਂ ਸਾਰੇ ਉਸ ਦੀ ਕੁੱਖ ਤੋਂ ਹੀ ਪੈਦਾ ਹੋਏ ਹਾਂ। ਇਸਤਰੀ ਨਾਲ ਹੀ ਮਾਂ ਅਤੇ ਪਤਨੀ ਦੇ ਮਹੱਤਵਪੂਰਨ ਰਿਸ਼ਤੇ ਜੋੜੇ ਹੋਏ ਹਨ। ਇਸਤਰੀ ਰਾਹੀਂ ਸਾਡਾ ਸੰਸਾਰਕ ਸੰਬੰਧ ਜੁੜਦਾ ਹੈ, ਉਸ ਰਾਹੀਂ ਪਰਿਵਾਰਕ ਵਿਕਾਸ ਦਾ ਰਾਹ ਚੱਲਦਾ ਹੈ। ਭਾਵ ਔਰਤ ਤੋਂ ਬਿਨਾਂ ਇਸ ਸੰਸਾਰ ਦਾ ਵਿਕਾਸ ਜਿਹੜਾ ਹੈ, ਵਾਧਾ ਹੈ, ਉਹ ਬਿਲਕੁਲ ਰੁਕ ਜਾਵੇਗਾ। ਅਤੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹੱਤਤਾ ਨੂੰ ਦੱਸਦਿਆਂ ਹੋਇਆਂ, ਮਹਾਨਤਾ ਨੂੰ ਦੱਸਦਿਆਂ ਹੋਇਆਂ ਕਿਹਾ ਹੈ ਕਿ ਉਸ ਨੂੰ ਮੰਦਾ ਆਖਣਾ ਜਿਹੜਾ ਆ ਸਾਡੇ ਲਈ ਸਹੀ ਨਹੀਂ ਹੈਗਾ। ਠੀਕ ਹੈ ਨਾ ਬੇਟਾ ਜੀ, ਇਹ ਜਿਹੜੇ ਪ੍ਰਸ਼ਨ ਉੱਤਰ ਆ ਤੁਹਾਡੇ 3 ਪ੍ਰਸ਼ਨ ਉੱਤਰ ਆ, ਇਹ ਤੁਸੀਂ ਪਹਿਲਾਂ ਸਾਰ ਹੋਣਾ ਚਾਹੀਦਾ ਤੁਹਾਡਾ ਇਸ ਸ਼ਬਦ ਦਾ, ਫਿਰ ਤੁਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ ਮੈਂ ਤੁਹਾਨੂੰ ਕੱਲ੍ਹ ਦੱਸੇ ਸੀਗੇ, ਅਤੇ ਇਹ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਇਹ ਕੰਪਲੀਟ ਕਰਨ ਤੋਂ ਬਾਅਦ ਇਹਨਾਂ ਨੂੰ ਰਿਵਾਈਜ਼ ਵੀ ਕਰਨਾ ਹੈ ਬੇਟਾ ਜੀ ਤੁਸੀਂ। ਧੰਨਵਾਦ ਬੇਟਾ ਜੀ।